ਕਰੋਨਾ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਟੈਸਟਿੰਗ ਨੂੰ ਲੈ ਕੇ ਸਵਾਲ ਪੈਦਾ ਹੋ ਰਹੇ ਨੇ ਕਿ ਆਖਿਰਕਾਰ ਟੈਸਟ ਦਾ ਸੱਚ ਕੀ ਹੈ। ਅੰਮ੍ਰਿਤਸਰ ਦੀ ਅਗਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਫਾਲਸ ਨੈਗੇਟਿਵ ਦਾ ਕੇਸ ਚੱਲ ਰਿਹਾ ਹੈ, ਜਿਹਦੇ ਵਿੱਚ ਕਿ ਕਈ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਆਲਮ ਇਹ ਹੈ ਹੁਣ ਲੋਕ ਟੈਸਟਿੰਗ ਕਰਾਉਣ ਤੋਂ ਵੀ ਡਰ ਰਹੇ ਨੇ। ਪਰ ਹੁਣ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਨਵੀਂ ਲੈਬੋਰਟਰੀ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਲੈਬੋਰਟਰੀ ਕਿਸ ਤਰੀਕੇ ਨਾਲ ਕੰਮ ਕਰੇਗੀ, ਸਾਡੇ ਨਾਲ ਡਾਕਟਰ ਏਪੀ ਸਿੰਘ ਮੌਜੂਦ ਨੇ ਜੋ ਕਿ ਯੂਨੀਵਰਸਿਟੀ ਦੇ ਡੀਨ ਨੇ। ਅਸੀਂ ਉਹਨਾਂ ਕੋਲ ਜਾਣਾਂਗੇ ਕਿ ਕੀ ਚੀਜ਼ਾਂ ਨੇ ਉਹਨਾਂ ਵੱਲੋਂ ਲਵਾਈਆਂ ਗਈਆਂ ਨੇ, ਕਿਉਂਕਿ ਕਾਫੀ ਜ਼ਿਆਦਾ ਇੱਕ ਪ੍ਰੋਬਲਮ ਜਿਹੜੀ ਪਿਛਲੇ ਕੁਝ ਸਮੇਂ ਤੋਂ ਕ੍ਰੀਏਟ ਹੋ ਰਹੀ ਹੈ। ਡਾਕਟਰ ਸਾਹਿਬ, ਕੀ ਹੈ ਤੁਹਾਡਾ ਕ੍ਰਾਈਟੇਰੀਆ, ਕਿਉਂਕਿ ਪਹਿਲੀ ਲੈਬ ਹੈ ਐਸਜੀਪੀਸੀ ਵੱਲੋਂ ਜਿਹੜੀ ਕਿ ਪੂਰੇ ਇੰਡੀਆ 'ਚ ਖੋਲ੍ਹੀ ਗਈ ਹੈ, ਕਿਸ ਤਰ੍ਹਾਂ ਕੰਮ ਕਰੇਗੀ, ਕੀ ਚੀਜ਼ਾਂ ਹੋਣਗੀਆਂ, ਕੀ ਇਹਦੀ ਰੇਟ ਲਿਸਟ ਹੋਏਗੀ, ਦਿਓ ਜਾਣਕਾਰੀ। RT-PCR ਲੈਬ ਅੱਜ ਇੱਥੇ ਸ਼ੁਰੂ ਕੀਤੀ ਗਈ ਹੈ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੇ ਵਿੱਚ। ਪਹਿਲੇ ਅੰਮ੍ਰਿਤਸਰ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ 'ਚ ਆਲਰੇਡੀ RT-PCR ਹੋ ਰਿਹਾ। ਅਸੀਂ ਹੁਣ ਪ੍ਰਾਈਵੇਟ ਦੇ ਵਿੱਚ ਤੇ ਗਵਰਨਮੈਂਟ ਵੱਲੋਂ ਇਹਦੇ ਰੇਟ ਫਿਕਸ ਕੀਤੇ ਗਏ ਸੀ ਕਿ 4500 ਚਾਰਜ ਕਰਾਂਗੇ, ਪਰ ਅਸੀਂ ਇਹਦਾ ਮਿਨੀਮਮ ਜੋ ਸਾਨੂੰ ਕਾਸਟ ਕਰ ਰਹੀ ਹੈ 3500 ਦੇ ਕਰੀਬ, ਜਿਹਦੇ ਵਿੱਚ ਅਸੀਂ ਸਾਰਾ ਕੁਝ ਇਨਕਲੂਡ ਕਰਕੇ PPE ਕਿਟ ਯੂਜ਼ ਹੁੰਦੀ ਹੈ ਸੈਂਪਲਿੰਗ ਵਾਸਤੇ, ਅਸੀਂ ਉਹਨੂੰ ਇਨਕਲੂਡ ਕਰਕੇ 3500 ਪੇਸ਼ੈਂਟ ਕੋ ਚਾਰਜ ਕਰਾਂਗੇ ਇਸ ਚੀਜ਼ ਦਾ। ਜਦੋਂ ਸੈਂਪਲਿੰਗ ਕਲੈਕਸ਼ਨ ਜਿਹੜੀ ਹੈਗੀ ਉਹਦੇ ਵਾਸਤੇ ਵੱਖਰੇ ਅਸੀਂ ਅਰੇਂਜਮੈਂਟ ਕੀਤੇ ਨੇ। ਜਿਹੜੀ ਸੈਂਪਲ ਕਲੈਕਸ਼ਨ ਵਾਰਡਸ 'ਚੋਂ ਜੇ ਕਿਤੇ ਕੋਵਿਡ ਸੈਂਟਰ ਤੋਂ ਆਣੀ ਹੈ, ਜਿਹੜਾ ਕਿ ਅਸੀਂ ਸਪੈਸੀਫਿਕਲੀ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਐਸਟੈਬਲਿਸ਼ ਕੀਤਾ, ਉੱਥੋਂ ਆਣੀ ਹੈ, ਜਾਂ OPD ਦੇ ਵਿੱਚੋਂ ਕੋਈ ਸੈਂਪਲਿੰਗ ਆਣੀ ਹੈ, ਉਹਦੇ ਵਾਸਤੇ ਅਸੀਂ ਵੱਖਰੇ ਇੰਤਜ਼ਾਮ ਕੀਤੇ ਹੋਏ ਨੇ। ਡਾਕਟਰ ਸਾਹਿਬ, ਅਸੀਂ ਚਾਹਾਂਗੇ ਕੁਝ ਇੱਕ ਦੋ ਮਸ਼ੀਨਸ ਅਸੀਂ ਦੇਖ ਰਹੇ ਹਾਂ, ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਮਸ਼ੀਨ ਦਿਖਾ ਰਹੇ ਹਾਂ ਕਿ ਜਿਹੜਾ ਇੱਕ ਫ੍ਰਿਜ ਹੈ ਸਾਹਮਣੇ ਨਜ਼ਰ ਆ ਰਿਹਾ, ਇਹਦਾ ਕੀ ਰੋਲ ਹੋਏਗਾ ਔਰ ਉਸ ਵਕਤ ਕਿਸ ਤਰ੍ਹਾਂ ਟੈਸਟਿੰਗ ਹੋਏਗੀ ਔਰ ਕਿਸ ਤਰੀਕੇ ਨਾਲ ਤੁਹਾਡੀ ਜਿਹੜੀ ਟੈਸਟਿੰਗ ਹੈ ਉਹ ਬਿਲਕੁਲ ਜਿਹੜੀ ਗੁਣਵੱਤਾ ਉਹਦੀ ਮਾਪਦੰਡ ਜਿਹੜੇ ਪੂਰੇ ਹੋਣਗੇ। ਸਭ ਤੋਂ ਪਹਿਲੇ ਤੇ ਪੇਸ਼ੈਂਟ ਜਦੋਂ ਵੀ ਸੈਂਪਲਿੰਗ ਆਏਗੀ, ਜੇ ਤੇ ਔਨ ਟਾਈਮ ਸੈਂਪਲਿੰਗ ਆਂਦੀ ਹੈ ਫਿਰ ਤੇ ਉਸੇ ਵੇਲੇ ਲੱਗ ਜਾਏਗੀ, ਪਰ ਜੇ ਕਿਸੇ ਇਨ ਬਿਟਵੀਨ ਕੋਈ ਸੈਂਪਲਿੰਗ ਆਂਦੀ ਹੈ, ਕੋਈ ਲੇਟ ਸੈਂਪਲਿੰਗ ਆਂਦੀ ਹੈ, ਤਾਂ ਅਸੀਂ ਇਹ ਰੈਫਰੀਜਰੇਟਰ ਹੈ -80 ਡਿਗਰੀ ਦੇ ਉੱਤੇ ਫਿਕਸਡ ਹੈ ਤੇ ਇਹਦਾ ਟੈਂਪਰੇਚਰ -80 ਤੋਂ ਘੱਟ ਹੈ ਤੇ ਅਸੀਂ ਸੈਂਪਲ ਇੱਥੇ ਪ੍ਰੀਜ਼ਰਵ ਕਰ ਸਕਦੇ ਹਾਂ। ਸੈਂਪਲ ਅਸੀਂ ਵੈਸੇ ਵੀ ਸਾਲ ਤੱਕ ਪ੍ਰੀਜ਼ਰਵ ਕਰਨੇ ਹੀ ਹੈ। ਜਿਹੜੇ ਕੋਈ ਪੋਜ਼ੀਟਿਵ ਆਉਂਦੇ ਨੇ ਉਹਨਾਂ ਦਾ ਜ਼ਰੂਰੀ ਹੈ ICMR ਦੀ ਗਾਈਡਲਾਈਨਸ ਦੇ ਮੁਤਾਬਿਕ ਕਿ ਉਹਨਾਂ ਨੂੰ ਅਸੀਂ ਸਾਲ ਇੱਕ ਪ੍ਰੀਜ਼ਰਵ ਕਰਕੇ ਰੱਖਣਾ। ਉਸ ਤੋਂ ਬਾਅਦ ਅਸੀਂ ਸੈਂਪਲ ਦੇ ਵਿੱਚੋਂ ਵਾਇਰਲ ਐਕਸਟ੍ਰੈਕਸ਼ਨ ਹੈ ਸਾਡੇ ਕੋਲ, ਉਹਦੇ ਵਿੱਚ ਵਾਇਰਲ ਅਸੀਂ ਐਕਸਟ੍ਰੈਕਟ ਕਰਾਂਗੇ। ਐਕਸਟ੍ਰੈਕਸ਼ਨ ਤੋਂ ਬਾਅਦ ਕਿਸ ਤਰੀਕੇ ਕਿੱਥੇ ਹੈ ਇਹ ਵਾਇਰਲ ਇੱਧਰ ਹੋਏਗਾ ਜੀ? ਹਾਂਜੀ, ਇਸ ਰੂਮ 'ਚ ਵਾਇਰਲ ਐਕਸਟ੍ਰੈਕਸ਼ਨ ਹੋਏਗੀ। ਵਾਇਰਲ ਐਕਸਟ੍ਰੈਕਸ਼ਨ ਤੋਂ ਬਾਅਦ ਜਿਹੜਾ ਉਹ ਪੀਸ ਦੀ ਜਿਹੜਾ RT-PCR ਦਾ ਡਿਟੇਲ 'ਚ, ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਇੱਥੇ ਜਿਹੜਾ ਵਾਇਰਲ ਦਾ ਜਿਹੜਾ ਹੈ ਟੈਸਟ ਉਹਦੇ 'ਚ ਕੀ ਜਾਣਿਆ ਜਾਏਗਾ। ਵਾਇਰਲ ਦੇ ਵਿੱਚੋਂ ਸਿਰਫ ਅਸੀਂ ਸੈਂਪਲ ਦੇ ਵਿੱਚੋਂ ਅਸੀਂ ਵਾਇਰਲਸ ਐਕਸਟ੍ਰੈਕਟ ਕਰਾਂਗੇ। ਇਹਦੇ ਵਿੱਚ ਜਿਹੜਾ RT-PCR ਹੈ ਬੇਸਿਕਲੀ ਜੈਨੇਟਿਕ ਮਟੀਰੀਅਲ ਹੈ ਵਾਇਰਸ ਦਾ, ਉਹ ਟੈਸਟ ਕਰਦਾ ਹੈ। ਜਿਹੜੇ ਬਾਕੀ ਟੈਸਟਿੰਗ ਹੈ, ਜਿਵੇਂ ਇੱਕ ਹੁਣ ਨਵੀਂ ਐਂਟੀਜਨ ਟੈਸਟਿੰਗ ਵੀ ਆਈ ਹੈ, ਉਹ ਵੀ ਅਸੀਂ ਕੱਲ੍ਹ ਤੋਂ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ। ਐਂਟੀਜਨ ਟੈਸਟਿੰਗ ਵੀ ਉਹਦੇ ਵਿੱਚ ਵੀ ਉਹ ਵੀ ਪੰਜਾਬ ਦੇ ਵਿੱਚ ਐਂਟੀਜਨ ਟੈਸਟਿੰਗ ਅਜੇ ਨਹੀਂ ਹੋ ਰਹੀ, ਅਸੀਂ ਉਹਦਾ ਮੰਗਵਾਈ ਹੈ ਐਂਟੀਜਨ ਟੈਸਟਿੰਗ ਵਾਸਤੇ ਵੀ ਕਿੱਟ ਮੰਗਵਾਈਆਂ। ਉਹ ਵੀ ਨੇਜ਼ਲ ਸਵੈਬ ਤੋਂ ਹੀ ਉਹਦੀ ਸੈਂਪਲਿੰਗ ਹੋਏਗੀ। ਤੇ ਇਹਦੇ ਵਿੱਚ ਜਿਹੜਾ RT-PCR ਦੇ ਵਿੱਚ ਜੈਨੇਟਿਕ ਮਟੀਰੀਅਲ ਹੈ ਵਾਇਰਸ ਦਾ, ਉਹ ਟੈਸਟ ਹੁੰਦਾ। ਜਿਹੜਾ ਦੂਸਰਾ ਐਂਟੀਜਨ ਹੈ ਉਹਦੇ ਵਿੱਚ ਪ੍ਰੋਟੀਨ ਪਾਰਟ ਆਫ ਦਾ ਵਾਇਰਸ ਜਿਹੜਾ ਹੈ ਉਹਦੀ ਟੈਸਟਿੰਗ ਕੀਤੀ ਜਾਂਦੀ ਹੈ। ਇਹ ਪਹਿਲਾ ਚਰਨ ਹੋ ਗਿਆ। ਦੂਸਰੇ ਚਰਨ 'ਚ ਕੀ ਹੈ? ਉਸ ਤੋਂ ਬਾਅਦ ਇੱਥੋਂ ਸੈਂਪਲਿੰਗ ਜਦੋਂ ਵਾਇਰਸ ਐਕਸਟ੍ਰੈਕਸ਼ਨ ਹੋਣ ਤੋਂ ਬਾਅਦ ਅਸੀਂ ਉਹਨੂੰ ਮਿਕਸਚਰ ਦੇ ਰੂਮ ਦੇ ਵਿੱਚ ਜਾਏਗਾ ਸੈਂਪਲ। ਮਿਕਸਚਰ ਰੂਮ ਤੋਂ ਬਾਅਦ ਉਹ ਸੈਂਪਲਿੰਗ RT-PCR ਦੇ ਵਿੱਚ ਲੱਗ ਜਾਏਗੀ, ਜਿਹਨੂੰ ਕਿ ਲਗਭਗ ਟੋਟਲ 6 ਘੰਟੇ ਤੋਂ ਬਾਅਦ ਸਾਡੀ ਉਹ ਗ੍ਰਾਫਸ ਅਪੀਅਰ ਹੁੰਦੇ ਨੇ। 6 ਘੰਟਿਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਰਿਪੋਰਟਿੰਗ, ਨੈਗੇਟਿਵ ਪੋਜ਼ਿਟਿਵ ਰਿਪੋਰਟਿੰਗ ਜਿਹੜੀ ਹੈ ਉਹ ਸਾਨੂੰ ਮਿਲ ਜਾਂਦੀ ਹੈ ਆਫਟਰ 6 ਆਵਰਸ ਦੇ ਵਿੱਚ। ਡਾਕਟਰ ਸਾਹਿਬ, ਇਹਦਾ ਕੰਮ ਕੀ ਹੁੰਦਾ ਹੈ? ਉਹਦੇ ਵਿੱਚ RT-PCR ਬੇਸਿਕਲੀ ਜੈਨੇਟਿਕ ਮਟੀਰੀਅਲ ਜਿਹੜਾ ਨਾ ਵਾਇਰਸ ਦੇ ਵਿੱਚ, ਜਿਹੜਾ ਸਰਲ ਲੈਂਗੁਏਜ 'ਚ ਲੋਕ ਸਮਝ ਸਕਣ ਜੈਨੇਟਿਕ ਮਟੀਰੀਅਲ ਦਾ ਸਰਲ ਭਾਸ਼ਾ ਮੈਨੂੰ ਨਹੀਂ ਪੰਜਾਬੀ 'ਚ ਪਤਾ, ਬਟ ਜੈਨੇਟਿਕ ਮਟੀਰੀਅਲ ਹੀ ਹੈ ਜਿਹਨੂੰ ਅਸੀਂ ਯੂਜ਼ਲੀ ਲੋਕਾਂ ਨੂੰ ਆਲਮੋਸਟ ਪਤਾ ਹੀ ਹੈ, ਜਿਹਨੂੰ ਅਸੀਂ ਟੈਸਟਿੰਗ ਕਰਦੇ ਹਾਂ। ਬਟ ਜਿਹੜਾ ਡਿਫਰੈਂਟ ਪਾਰਟ ਐਂਟੀਜਨ ਟੈਸਟਿੰਗ ਦਾ ਉਹ ਸਿਰਫ ਇੰਨਾ ਹੀ ਹੈ ਇਹਦੇ ਨਾਲੋਂ ਕਿ ਹੈ ਦੋਵੇਂ ਵਾਇਰਲ ਟੈਸਟਿੰਗ ਹੀ ਨੇ, ਬਟ ਦੂਜਾ ਡਿਫਰੈਂਟ ਪਾਰਟ ਇਹ ਹੈਗਾ ਕਿ ਉਹਦੇ ਵਿੱਚ ਪ੍ਰੋਟੀਨ ਪਾਰਟ ਆਫ ਵਾਇਰਸ ਟੈਸਟ ਹੁੰਦਾ, ਇਹਦੇ 'ਚ ਜੈਨੇਟਿਕ ਮਟੀਰੀਅਲ ਟੈਸਟ ਹੁੰਦਾ। ਤੇ ਸਰ, ਇਹਦੀ ਜਿਹੜੀ ਰਿਪੋਰਟ ਜਿਹੜੀ ਹੈ ਨੇ ਕਿੰਨੀ ਕੁ ਜ਼ਿਆਦਾ ਪੋਸੀਬਿਲਿਟੀ, ਕਿਉਂਕਿ ਕਈ ਵਾਰ ਲੈਬ ਦੀ ਜਦੋਂ ਵਿਵਾਦ ਹੋਇਆ ਸੀ ਤਾਂ ਅਸੀਂ ਕਈ ਲੈਬ ਟੈਕਨੀਸ਼ੀਅਨ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਸਾਡੇ ਰਿਜ਼ਲਟ 70% ਤੱਕ ਹੀ ਹੁੰਦੇ ਆ।
ਦੇਖੋ ਅਸੀਂ ਕੋਸ਼ਿਸ਼ ਸਾਡੀ ਇਹ ਹੋਏਗੀ ਕਿ ਜਦੋਂ ਨੈਗੇਟਿਵ ਪੋਜ਼ਿਟਿਵ ਕੰਟਰੋਲਸ ਨਾਲ ਲੱਗੇ ਹੋਣ ਤੇ ਰਿਜ਼ਲਟ ਜਿਹੜਾ ਹੈ ਕਾਫੀ ਉਹਦੀ ਅਥੈਂਟਿਸਿਟੀ ਵੱਧ ਜਾਂਦੀ ਹੈ ਤੇ ਹਰ ਟੈਸਟ ਸਿੰਗਲ ਟੈਸਟ ਜੇ ਲੱਗਦਾ ਤੇ ਉਹਦੀ ਕਾਸਟ ਤੇ ਨੋ ਡਾਊਟ ਵੱਧ ਜਾਏਗੀ, ਬਟ ਅਸੀਂ ਇਹ ਤੈਅ ਕਰਕੇ ਚੱਲ ਰਹੇ ਹਾਂ ਕਿ ਅਸੀਂ ਜਦੋਂ ਨੈਗੇਟਿਵ ਪੋਜ਼ਿਟਿਵ ਕੰਟਰੋਲਸ ਨਾਲ ਲਗਾ ਕੇ ਚੱਲਾਂਗੇ ਤੇ ਕਾਸਟ ਵਧਣ ਦੀ ਤੇ ਸੈਪਰੇਟ ਹੋ ਜਾਏਗੀ, ਬਟ ਉਹਦੀ ਅਥੈਂਟਿਸਿਟੀ ਬਿਲਕੁਲ ਕਲੀਅਰ ਹੋ ਜਾਏਗੀ। ਕਿੰਨੇ ਪਰਸੈਂਟ ਅਥੈਂਟਿਸਿਟੀ ਦੀ ਤੁਸੀਂ ਗੱਲ ਕਰਦੇ? ਦੇਖੋ ਫਾਲਸ ਪੋਜ਼ਿਟਿਵ ਰਿਜ਼ਲਟ ਤੇ ਫਾਲਸ ਨੈਗੇਟਿਵ ਰਿਜ਼ਲਟ ਤੇ ਹਰ ਇਕਵਿਪਮੈਂਟ ਦਾ ਪਾਰਟ ਹੈਗਾ। ਕਿਸੇ ਵੇਲੇ ਤੁਸੀਂ ਸੈਂਪਲਿੰਗ ਹੈ, ਕੋਈ ਬਾਹਰੋਂ ਸੈਂਪਲ ਲੈ ਕੇ ਆਂਦਾ ਹੈ ਤੇ ਉਹ ਸੈਂਪਲਿੰਗ ਪ੍ਰੋਪਰ ਨਹੀਂ ਹੁੰਦੀ, ਇਨਐਪਰੋਪ੍ਰੀਏਟ ਸੈਂਪਲਿੰਗ ਹੁੰਦੀ ਹੈ ਤੇ ਉਹ ਇਕਵਿਪਮੈਂਟ ਹੀ ਉਹਦੇ ਵਿੱਚ ਆ ਜਾਂਦਾ ਹੈ ਕਿ ਸੈਂਪਲਿੰਗ ਜਿਹੜੀ ਹੈ ਇਨਐਪਰੋਪ੍ਰੀਏਟ ਹੈ, ਕਿ ਸੈਂਪਲਿੰਗ ਗੁੱਡ ਨਹੀਂ ਹੈਗੀ। ਕਈ ਵਾਰੀ ਸੈਂਪਲਿੰਗ ਗੁੱਡ ਨਾ ਹੋਣ ਕਰਕੇ ਵੀ ਜਿਹੜੇ ਰਿਜ਼ਲਟ ਨੇ ਉਹ ਨੈਗੇਟਿਵ ਆ ਰਹੇ ਨੇ। ਕੁਛ ਇਹ ਹੈ ਕਿ ਜਿੱਥੋਂ ਸੈਂਪਲ ਆਇਆ ਹੋਏਗਾ ਉਹਨਾਂ ਨੇ ਪ੍ਰੋਪਰ ਕੋਲਡ ਸਟੋਰੇਜ ਕੋਲਡ ਚੇਨ ਮੇਨਟੇਨ ਕੀਤੀ ਹੈ ਕਿ ਨਹੀਂ ਕੀਤੀ, ਉਹਦੇ ਤੇ ਵੀ ਬੜਾ ਡਿਪੈਂਡ ਕਰੇਗਾ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਆਉਂਦੇ ਨੇ। ਡਾਕਟਰ ਸਾਹਿਬ ਆਪਣਾ ਜਿਹੜਾ ਲੈਬ ਹੈ ਉਹ ਕਿੰਨੀ ਕੁ ਅਲੱਗ ਹੈ ਜਿਹੜੀ ਬਾਕੀ ਜਿਹੜੀ ਲੈਬੋਰੇਟਰੀਜ਼ ਨੇ ਉਹਨਾਂ ਨਾਲੋਂ, ਕਿੰਨਾ ਕੁ ਜ਼ਿਆਦਾ ਇਹਦੇ ਵਿੱਚ ਜਿਹੜੀ ਹੈ ਮਸ਼ੀਨਰੀ ਜੀ? ਦੇਖੋ RT-PCR ਲੈਬਸ ਜਿੱਥੇ ਵੀ ਚੱਲ ਰਹੀਆਂ ਨੇ ਉੱਥੇ ICMR ਦੀ ਗਾਈਡਲਾਈਨਸ ਤੋਂ ਮੁਤਾਬਿਕ ਨਹੀਂ ਚੱਲ ਸਕਦੀਆਂ। ਸਾਰੀਆਂ ਨੂੰ ਪਹਿਲੇ NABL ਐਕ੍ਰੈਡੀਟੇਸ਼ਨ ਤੇ ਉਸ ਤੋਂ ਬਾਅਦ ICMR ਤੋਂ ਇੱਕ ਅਪਰੂਵਲ ਫਾਰਮਲ ਅਪਰੂਵਲ ਲੈਣੀ ਪਏਗੀ। ਸਾਨੂੰ ਵੀ ਜਦੋਂ ICMR ਦੀ ਅਪਰੂਵਲ ਤੋਂ ਪਹਿਲੇ ਉਹਨਾਂ ਨੇ 10 ਸੈਂਪਲ ਸਾਡੇ ਕੋਡ ਲਗਾ ਕੇ ਰਨ ਕਰਵਾਏ ਨੇ, ਜਿਨ੍ਹਾਂ ਨੂੰ ਉਸ ਤੋਂ ਬਾਅਦ ਡੀਕੋਡ ਕੀਤਾ ਗਿਆ, ਉਹਦਾ ਰਿਜ਼ਲਟ ਸਾਡੇ ਸਾਰੇ ਠੀਕ ਨਿਕਲੇ। ਉਸ ਤੋਂ ਬਾਅਦ ਹੀ ਉਹਨਾਂ ਨੇ ਸਾਨੂੰ ਇਹਦੀ ਪਰਮਿਸ਼ਨ ਦਿੱਤੀ ਹੈ। ਸੋ ਇਕਵਿਪਮੈਂਟ ਵਾਈਜ਼ ਐਂਡ ਜਿਹੜੇ ਟੈਕਨੀਸ਼ੀਅਨ ਪੁਆਇੰਟ ਆਫ ਵਿਊ ਤੇ ਉਹ ਸਾਰਾ ਐਜ਼ ਪਰ ICMR ਗਾਈਡਲਾਈਨਸ ਹੀ ਹਰ ਲੈਬ ਚਲਾ ਰਹੀਆਂ ਨੇ। ਡਾਕਟਰ ਸਾਹਿਬ ਕੁਛ ਪਿੱਛੇ ਇੱਕ ਜਾਣਕਾਰੀ ਹਾਸਲ ਕੀਤੀ ਗਈ ਸੀ ਕਿ ਜਦੋਂ ਕੋਈ ਰੂਮ ਤੋਂ ਇੱਕ ਸੈਂਪਲ ਨੂੰ ਦੂਸਰੇ ਕਮਰੇ 'ਚ ਲੈ ਕੇ ਜਾਇਆ ਜਾਂਦਾ ਤਾਂ ਉਹਦਾ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਦੇ ਕਰਕੇ ਸੈਂਪਲ ਤੇ ਉਹਦਾ ਇਫੈਕਟ ਪੈਂਦਾ, ਜਿਹਦੇ ਕਰਕੇ ਫਾਲਸ ਨੈਗੇਟਿਵ ਜਾਂ ਫਾਲਸ ਪੋਜ਼ਿਟਿਵ ਦੇ ਕੇਸ ਸਾਹਮਣੇ ਆਉਂਦੇ ਨੇ। ਸਾਡੇ ਕੋਲ ਇੱਥੇ ਹੁਣ ਹਰ ਰੂਮ ਦੇ ਵਿੱਚ ਅਲੱਗ-ਅਲੱਗ ਰੂਮ ਪ੍ਰੈਸ਼ਰਸ ਨੇ ਜਿਹੜੇ ਮੇਨਟੇਨਡ ਨੇ। ਉਹ ਸਪੈਸੀਫਿਕਲੀ ਹਰ ਰੂਮ ਦੇ ਵਿੱਚ ਇੱਕ ਸਿਸਟਮ ਲੱਗੇ ਹੋਏ ਨੇ ਕਿ ਉਹਨਾਂ ਦਾ ਅਲੱਗ-ਅਲੱਗ ਰੂਮ ਦਾ ਅਲੱਗ-ਅਲੱਗ ਨੈਗੇਟਿਵ ਪ੍ਰੈਸ਼ਰ ਪੋਜ਼ਿਟਿਵ ਪ੍ਰੈਸ਼ਰ, ਜਿਸ ਰੂਮ 'ਚ ਨੈਗੇਟਿਵ ਚਾਹੀਦਾ ਉੱਥੇ ਨੈਗੇਟਿਵ ਪ੍ਰੈਸ਼ਰ ਮੇਨਟੇਨਡ ਹੈ। ਐਂਡ ਉਹਦੇ ਵਿੱਚ ਇਹ ਵੀ ਹੈ ਕਿ ਇਹਦੇ ਨਾਲ ਇੱਕ ਤੇ ਇਹ ਜਿਹੜੀ ਟੈਸਟਿੰਗ ਹੈ ਉਹਦੀ ਅਥੈਂਟਿਸਿਟੀ ਤੇ ਵੱਧਦੀ ਹੈ, ਪਲੱਸ ਜਿਹੜਾ ਉਹਦਾ ਵਾਇਰਲ ਦਾ ਸਪਰੈਡ ਹੈ, ਲੋਕਲ ਸਪਰੈਡ ਜਿਹੜਾ ਰੂਮ ਦੇ ਵਿੱਚ ਹੈ ਉਹ ਵੀ ਖਤਮ ਹੋ ਜਾਂਦਾ, ਘਟ ਜਾਂਦਾ। ਤਾਂ ਹਰ ਰੂਮ ਦਾ ਆਪਣਾ ਇੱਕ ਪ੍ਰੈਸ਼ਰ ਰੱਖਿਆ ਜਾਏਗਾ? ਹਰ ਰੂਮ ਦਾ ਆਪਣਾ ਇੱਕ ਪ੍ਰੈਸ਼ਰ ਹੈਗਾ। ਹਾਂਜੀ। ਤੇ ਉਹਦੇ ਨਾਲ ਕੀ ਫਾਇਦਾ ਮਿਲਦਾ ਸਰ? ਉਹਦਾ ਰੂਮ ਪ੍ਰੈਸ਼ਰ ਦੇ ਨਾਲ ਸਾਨੂੰ ਸਭ ਤੋਂ ਵੱਧ ਫਾਇਦਾ ਤੇ ਇਹ ਹੈ ਕਿ ਵਾਇਰਲ ਸਪਰੈਡ ਦਾ ਜਿਹੜੀ ਟਰਾਂਸਮਿਸ਼ਨ ਜਿਹੜੀ ਹੈ ਉਹ ਘਟਦੀ ਹੈ ਜਿਹੜਾ ਰੂਮ ਪ੍ਰੈਸ਼ਰ ਕਰਕੇ। ਜਿਹੜੇ ਟੈਂਪਰੇਚਰਸ ਨੇ ਉਹ ਤੇ ਜਿਹੜਾ ਸੈਂਪਲ ਦਾ ਟੈਂਪਰੇਚਰ ਮੇਨਟੇਨ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਹਦੇ ਲਈ -80 ਡਿਗਰੀ ਦੇ ਰੈਫਰੀਜਰੇਟਰ ਤੇ -4 ਡਿਗਰੀ ਵਾਲੇ ਰੈਫਰੀਜਰੇਟਰ ਜਿਹੜੇ ਉਹ ਅਵੇਲੇਬਲ ਨੇ। ਉਹ ਸੈਂਪਲਿੰਗ ਟੈਂਪਰੇਚਰ ਸੈਂਪਲ ਦਾ ਅਸੀਂ ਸਾਰਾ ਮੇਨਟੇਨ। ਜਿਹੜੀ ਰਿਪੋਰਟਸ ਦੀ ਕੁਝ ਖਰਾਬੀ ਆਉਣ ਦਾ ਕਾਰਨ ਵੀ ਕੁਝ ਇਹ ਹੋ ਜਾਂਦਾ ਕਿ ਜਦੋਂ ਟੈਂਪਰੇਚਰ ਉਹਦਾ ਕੋਲਡ ਚੇਨ ਮੇਨਟੇਨ ਨਹੀਂ ਹੁੰਦੀ ਤਾਂ ਸੈਂਪਲ ਖਰਾਬ ਹੋ ਜਾਂਦੇ ਨੇ ਤੇ ਉਹਨਾਂ ਦਾ ਫਿਰ ਰਿਜ਼ਲਟ ਜਿਹੜਾ ਉਹ ਫਾਲਸ ਪੋਜ਼ਿਟਿਵ ਜਾਂ ਫਾਲਸ ਨੈਗੇਟਿਵ ਆ ਜਾਂਦੇ। ਆਪਣੇ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਗਏ ਨੇ? ਅਸੀਂ ਸਭ ਤੋਂ ਚੀਜ਼ ਤੇ ਹੈ ਕਿ ਜਿਹੜੀ ਸਾਡੇ ਕੋਲ ਵਾਇਰਲ ਟਰਾਂਸਮਿਸ਼ਨ ਮੀਡੀਅਮਸ ਨੇ ਉਹ ਅਸੀਂ ਪ੍ਰੋਵਾਈਡ ਕਰਵਾਏ ਨੇ ਹਰ ਜਗ੍ਹਾ ਤੇ ਟੂ ਮੇਨਟੇਨ ਦ ਕੋਲਡ ਚੇਨ। ਉਹਨਾਂ ਨੂੰ ਉੱਥੋਂ ਪ੍ਰੋਪਰ ਆਈਸ ਬਾਕਸ ਯੂਜ਼ ਕਰ ਰਹੇ ਹਾਂ ਅਸੀਂ ਥਰਮੋਕੋਲ ਦੇ, ਜਿਨ੍ਹਾਂ ਦੇ ਵਿੱਚ ਮੇਨਟੇਨ ਕਰਕੇ ਹੀ, ਜਿਵੇਂ ਸਿਟੀ ਤੋਂ ਸੈਂਪਲ ਅਸੀਂ ਸ਼ਿਫਟ ਕਰਨਾ ਹੈ ਉਹ ਪ੍ਰੋਪਰ ਉਹਦੀ ਕੋਲਡ ਚੇਨ ਮੇਨਟੇਨ ਕਰਕੇ ਹੀ ਇੱਥੇ ਸ਼ਿਫਟ ਕਰਾ ਰਹੇ। ਇੱਥੇ ਕਿਸ ਤਰ੍ਹਾਂ ਦਾ ਰਹੇਗਾ ਉਹ ਜਿਹੜਾ ਸੈਂਪਲ ਹੈ ਸਪਰੈਡ ਜਰਾ ਕਿੰਨੀ ਦੇਰ 'ਚ ਹੋਏਗਾ ਸਾਰਾ? ਇੱਥੇ ਸੈਂਪਲ ਜਿਹੜੀ ਟੈਸਟਿੰਗ ਹੋਏਗੀ ਸਾਨੂੰ ਤਕਰੀਬਨ 8 ਘੰਟੇ ਦਾ ਟਾਈਮ ਲੱਗੇਗਾ ਕਿ ਜਿਹੜੀ ਫਾਈਨਲ ਰਿਪੋਰਟਿੰਗ ਤੋਂ ਤੇ ਅਸੀਂ ਜਿਹੜੀ ਉਹਦੀ ਰਿਪੋਰਟਿੰਗ ਦੇ ਸਕਾਂਗੇ। ਸਰ ਰਿਪੋਰਟਿੰਗ ਤੇ ਵੀ ਬੜੇ ਸਵਾਲ ਪੈਦਾ ਹੋ ਰਹੇ ਨੇ ਕਿ ਕਈ ਵਾਰ ਕਿਹਾ ਜਾਂਦਾ ਹੈ ਕਿ ਸਰਕਾਰੀ ਟੈਸਟਿੰਗ ਜਦੋਂ ਕਰਾਈ ਜਾਂਦੀ ਹੈ 2-2 ਦਿਨ ਬਾਅਦ ਰਿਪੋਰਟ ਆਉਂਦੀ, ਜਿਹਦੇ ਕਰਕੇ ਲੋਕ ਵੀ ਇੱਕ ਖਦਸ਼ਾ ਜ਼ਾਹਰ ਕਰਦੇ ਕਿ ਉਹਦੇ ਨਾਲ ਕੁਝ ਗਲਤ ਨਾ ਹੋ ਜਾਵੇ। ਨਹੀਂ, ਸਰਕਾਰੀ ਦੇਖੋ ਜਿੰਨੀ ਮਿਹਨਤ ਉਹ ਕਰ ਰਹੇ ਨੇ, ਮੈਂ ਵੀ ਦੇਖਿਆ ਬਹੁਤ ਮਿਹਨਤ ਕਰ ਰਹੇ ਨੇ ਉਹ ਲੋਕ, ਬਟ ਜਿਹੜਾ ਫਰਕ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਤੁਹਾਨੂੰ ਵੀ ਪਤਾ ਪੈਂਡੈਮਿਕ ਹੈ, ਪੈਂਡੈਮਿਕ ਦੇ ਵਿੱਚ ਲੱਖਾਂ ਤਰ੍ਹਾਂ ਦੀਆਂ ਪ੍ਰੋਬਲਮ ਨਾਲ ਅਰਾਈਜ਼ ਹੋ ਜਾਂਦੀਆਂ ਨੇ, ਜਿੱਦੀ ਕਿ ਕੋਲਡ ਚੇਨ ਮੇਨਟੇਨੈਂਸ ਜਿਹੜੀ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ। ਜਿਹੜਾ ਸੈਂਪਲ ਜਦੋਂ ਆ ਰਹੇ ਨੇ ਉਹਨਾਂ ਦੀ ਕੋਲਡ ਚੇਨ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਸਰ ਆਪਣੀ ਰਿਪੋਰਟ ਕਿੰਨੀ ਦੇਰ 'ਚ ਆਇਆ ਕਰੇਗੀ? ਅਸੀਂ ਰਿਪੋਰਟ 8 ਘੰਟੇ ਦੇ ਵਿੱਚ ਰਿਪੋਰਟ ਦੇ ਦਿਆ ਕਰਾਂਗੇ। ਸੇਮ ਡੇ? ਤੇ ਸਰ ਇਹਦਾ ਕੋਈ ਟਾਈਮ ਰੱਖਿਆ ਜਾਏਗਾ ਕਿ ਤੁਸੀਂ ਕੋਈ ਸੈਂਪਲ ਕਲੈਕਸ਼ਨ ਜਿਹੜੇ ਇਸ ਤਰ੍ਹਾਂ ਦੇ ਕਰੋਗੇ ਕਿ ਕਿੰਨੇ ਕੁ ਵਜੇ ਤੱਕ ਸੈਂਪਲ ਕਲੈਕਸ਼ਨ ਕਰਨੀ ਹੈ ਤੇ ਕਿੰਨੇ ਵਜੇ ਉਹਦੀ ਰਿਪੋਰਟ ਦੇਣੀ? ਅਸੀਂ ਜਿਹੜਾ ਇਹ ਰੱਖਿਆ ਕਿ 1 ਵਜੇ ਤੱਕ ਜਿੰਨੇ ਸੈਂਪਲ ਕਲੈਕਟ ਹੋ ਜਾਣਗੇ ਉਹ ਤੇ ਸੇਮ ਡੇ ਲੱਗ ਜਾਇਆ ਕਰਨਗੇ। 1 ਵਜੇ ਤੋਂ ਬਾਅਦ ਜਿਹੜੀ ਕਲੈਕਸ਼ਨ ਹੋਏਗੀ ਉਹ ਨੈਕਸਟ ਡੇ ਲੱਗ ਜਾਇਆ ਕਰੇਗੀ।
ਬਟ 8 ਘੰਟੇ ਬਾਅਦ ਰਿਪੋਰਟ 8 ਘੰਟੇ ਬਾਅਦ ਰਿਪੋਰਟ ਆ ਜਾਏਗੀ। ਪਰ ਸਰ ਇਹ ਇਸ ਤਰ੍ਹਾਂ ਦੀ ਪੰਜਾਬ 'ਚ ਪਹਿਲੀ ਐਸੀ ਲੈਬ ਹੈ ਜਿਹੜੀ ਤੁਸੀਂ ਖੋਲੀ ਹੈ? ਨਹੀਂ, RT-PCR ਲੈਬ DMC CMC ਗਵਰਨਮੈਂਟ ਮੈਡੀਕਲ ਕਾਲਜ ਆਲਰੇਡੀ ਚੱਲ ਰਹੀਆਂ। ਐਂਟੀਜਨ ਟੈਸਟਿੰਗ ਅਸੀਂ ਪਹਿਲੇ ਕਰ ਰਹੇ ਹਾਂ। ਐਂਟੀਜਨ ਟੈਸਟਿੰਗ ਅਸੀਂ ਜਿਹੜੀ ਸ਼ੁਰੂ ਕਰ ਰਹੇ ਐਂਟੀਜਨ ਹਾਂ। ਟੈਸਟਿੰਗ 'ਚ ਕੀ ਹੁੰਦਾ ਜੀ? ਐਂਟੀਜਨ ਟੈਸਟਿੰਗ 'ਚ ਜਿਹੜਾ ਇਸ ਤੇ RT-PCR 'ਚ ਵਾਇਰਲ ਦਾ ਜੈਨੇਟਿਕ ਮਟੀਰੀਅਲ ਟੈਸਟ ਹੋਣਾ ਹੈ। ਉਹਦੇ ਵਿੱਚ ਅਸੀਂ ਨੇਜ਼ਲ ਸਵਾਬ ਤੋਂ ਹੀ ਵਾਇਰਲ ਪਾਰਟ ਐਕਸਟ੍ਰੈਕਟ ਕਰਨਾ ਤੇ ਉਹ 'ਚ ਜੈਨੇਟਿਕ ਵਾਇਰਸ ਦਾ ਪ੍ਰੋਟੀਨ ਟੈਸਟਿੰਗ ਹੋਣੀ ਹੈ। ਪ੍ਰੋਟੀਨ ਪਾਰਟ ਆਫ ਦਾ ਵਾਇਰਸ ਜਿਹੜਾ ਉਹ ਟੈਸਟ ਹੋਣਾ। ਮੈਂ ਲਾਸਟ ਸਵਾਲ ਲਾਂਗਾ ਕਿ ਕਿੰਨੇ % ਤੁਸੀਂ ਗਾਰੰਟੀ ਦਿੰਦੇ ਹੋ ਕਿ ਤੁਹਾਡੀ ਰਿਪੋਰਟਸ ਜਿਹੜੀਆਂ ਨੇ ਹੋਣਗੀਆਂ? ਦੇਖੋ, ਗਾਰੰਟੀ ਇਹਦੇ ਵਿੱਚ ਇਹ ਹੈ ਕਿ ਅਸੀਂ ਇਹ ਜ਼ਰੂਰ ਗਾਰੰਟੀ ਕਰਦੇ ਹਾਂ ਕਿ ਅਸੀਂ ਪ੍ਰੋਪਰ ਕੋਲਡ ਚੇਨ ਮੇਨਟੇਨ ਕਰਕੇ ਹੀ ਸੈਂਪਲਿੰਗ ਕਰਾਂਗੇ, ਪਲੱਸ ਬਾਕੀ ਪ੍ਰੀਕਾਸ਼ਨਸ ਨਾਲ ਲਈਆਂ ਜਾਣਗੀਆਂ। ਜੋ ICMR ਦੀਆਂ ਗਾਈਡਲਾਈਨਸ ਮੁਤਾਬਕ ਹੀ ਅਸੀਂ ਚੱਲਾਂਗੇ। ਤੇ ਅੱਗੋਂ ਇਹ ਹੈ ਕਿ ਜੇ ਪਿੱਛੋਂ ਸੈਂਪਲ ਬਿਲਕੁਲ ਠੀਕ ਤਰੀਕੇ ਨਾਲ ਲਿਆ ਹੋਏਗਾ, ਕਿਸੇ ਨੇ ਬਾਹਰੋਂ ਲਿਆ ਹੋਏਗਾ, ਕਿਸੇ ਬਾਹਰੋਂ ਲੈਬ ਤੋਂ ਆਇਆ ਹੋਏਗਾ, ਥਰੂ ਐਪ ਅਪਲਾਈ ਕੀਤਾ ਹੋਏਗਾ, ਉਹਦੇ ਵਿੱਚ ਅਗਰ ਜੇ ਸੈਂਪਲ ਬਿਲਕੁਲ ਗੁੱਡ ਮੇਨਟੇਨ ਕੀਤਾ ਹੋਏਗਾ, ਕੋਲਡ ਚੇਨ ਮੇਨਟੇਨ ਕੀਤੀ ਹੋਏਗੀ ਤੇ ਰਿਜ਼ਲਟ ਵੀ ਜਿਹੜੇ 100% ਹੀ ਹੋਣਗੇ। ਸ਼ੁਕਰੀਆ। ਤੋ ਇਹ ਡਾਕਟਰ AP ਸਿੰਘ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਅੱਜ ਪਹਿਲੀ ਵਾਰ ਟੈਲੀਵਿਜ਼ਨ ਤੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਕਰੋਨਾ ਦੇ ਮਰੀਜ਼ਾਂ ਦੀ ਟੈਸਟਿੰਗ ਹੁੰਦੀ ਹੈ, ਕਿਹੜੇ ਮਾਪਦੰਡ ਜਿਹੜੇ ਹੁੰਦੇ ਨੇ ਉਹ ਲੈਣੇ ਜ਼ਰੂਰੀ ਹੁੰਦੇ ਨੇ, ਕਿਸ ਤਰ੍ਹਾਂ ਕੋਲਡ ਸਟੋਰੇਜ ਰੱਖਣਾ ਪੈਂਦਾ, ਕਿਸ ਤਰ੍ਹਾਂ ਉਹ ਜਿਹੜਾ ਸੈਂਪਲ ਹੈ ਉਹਨੂੰ ਰੱਖਿਆ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਸਾਰਾ ਪ੍ਰੋਸੈਸ ਹੁੰਦਾ ਹੈ ਇਹਦੇ ਬਾਰੇ ਜਾਣਕਾਰੀ ਹਾਸਲ ਦਿੱਤੀ ਹੈ। ਔਰ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੈਬ ਦਾ ਉਦਘਾਟਨ ਕੀਤਾ ਗਿਆ, ਜਿਹਦਾ ਮੁੱਲ 3500 ਰੁਪਇਆ ਰੱਖਿਆ ਗਿਆ ਹੈ, ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਮੁੱਲ ਦੇ ਉੱਤੇ ਲੋਕ ਟੈਸਟਿੰਗ ਕਰਾ ਰਹੇ ਨੇ। ਲੇਕਿਨ ਹੁਣ ਆਉਣ ਵਾਲੇ ਸਮੇਂ 'ਚ ਕਿੰਨੀ ਸਫਲਤਾ ਹਾਸਲ ਹੁੰਦੀ ਹੈ, ਕਿੰਨੇ ਲੋਕ ਟੈਸਟ ਕਰਾ ਕੇ ਆਪਣੇ ਆਪ ਨੂੰ ਕਰੋਨਾ ਮੁਕਤ ਕਰਦੇ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਹੁਣ ਵੱਡੇ ਪੱਧਰ ਦੇ ਉੱਤੇ ਕਰੋਨਾ ਦੀ ਟੈਸਟਿੰਗ ਜਿਹੜੀ ਹੈ ਕੀਤੀ ਜਾਏਗੀ ਔਰ ਇਹ ਸਾਰੀਆਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੀ ਇੱਕ ਗਵਾਹ ਹੈ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਲਾਉਣਾ ਚਾਹਾਂਗੇ ਕਿ ਕਿੰਨੀ ਕੁ ਟੈਸਟਿੰਗ ਕਰਨ ਦੀ ਕੈਪੈਸਿਟੀ ਤੁਹਾਡੇ ਵੱਲੋਂ ਰੱਖੀ ਗਈ ਹੈ? ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਪਹਿਲੇ ਦੌਰ ਦੇ ਵਿੱਚ ਇੱਕ ਦਿਨ 'ਚ 100 ਟੈਸਟ ਅਸੀਂ RT-PCR ਦੇ ਕਰ ਸਕੀਏ। ਸਾਡੀ ਕੋਸ਼ਿਸ਼ ਹੋਏਗੀ ਕਿ ਉਸ ਤੋਂ ਅਗਲੇ ਸਟੈਪ ਦੇ ਵਿੱਚ ਅਸੀਂ ਇਹਦੀ ਕਪੈਸਿਟੀ ਵਧਾ ਕੇ 150 ਕਰਾਂਗੇ, ਪਰ ਪਹਿਲੇ ਸਟੈਪ ਦੇ ਵਿੱਚ ਅਸੀਂ 100 ਟੈਸਟ ਕਰਨਾ ਚਾਹੁੰਦੇ ਹਾਂ, ਕਿਉਂਕਿ ਰਿਪੋਰਟ ਦੀ ਆਥੈਂਟਿਸਿਟੀ ਮੇਨਟੇਨ ਰੱਖਣਾ ਇਜ਼ ਮੋਰ ਇੰਪੋਰਟੈਂਟ ਦੈਨ ਦਾ ਨੰਬਰ ਆਫ ਟੈਸਟ। ਤੋ ਤੁਸੀਂ ਦੇਖਿਆ ਕਿ 150 ਤੋਂ ਤਕਰੀਬਨ ਟੈਸਟ ਜਿਹੜੇ ਰੋਜ਼ ਕੀਤੇ ਜਾਣਗੇ ਔਰ ਉਹਦੇ ਨਾਲ ਲੋਕਾਂ ਨੂੰ ਵੀ ਕਾਫੀ ਫਾਇਦਾ ਮਿਲੇਗਾ। ਲੇਕਿਨ ਹੁਣ ਦੇਖਣਾ ਹੋਏਗਾ ਕਿ ਕਿੰਨੇ ਲੋਕ ਜਾਗਰੂਕ ਹੋ ਕੇ ਟੈਸਟ ਕਰਾਉਣ ਵਾਸਤੇ ਆਉਂਦੇ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV, ਅੰਮ੍ਰਿਤਸਰ।